ਮਤਲਬ ਤਾਂ ਇਹ ਹੈ ਵੀ ਚਲੋ ਸਾਰਾ ਕੁਝ ਅਸੀਂ ਦੇਖਦੇ ਆਂ ਸੁਣਦੇ ਆਂ। ਕੋਈ ਕਿਤੇ ਵੀ ਜਾਂਦਾ ਹੈ, ਇੱਕ ਸੁਣਨ ਜਾਂਦਾ ਹੈ, ਇੱਕ ਸੁਣਾਉਣ ਜਾਂਦਾ ਹੈ। ਜਿਹੜਾ ਸੁਣਨ ਜਾਂਦਾ ਹੈ ਉਹਦੀ ਚਾਹ ਜਿਹੜੀ ਕੋਈ ਨਹੀਂ ਆਪਦੀ। ਜਿਹੜਾ ਕੁਛ ਉਹਨਾਂ ਨੇ ਸੁਣਾਤਾ ਉਹ ਹੀ ਸੁਣ ਕੇ ਆ ਜਾਊਗਾ। ਅਗਰ ਖੁਸ਼ੀ ਉਹਦੀ ਕੀ ਹੈ, ਜਿਹੜੇ ਹੈ ਨਹੀਂ ਇਸ ਦੇਸ਼ ਦੁਨੀਆ ਤੇ ਉਹਨਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਖੁਸ਼ੀ ਆਉਂਦੀ ਆ। ਜਿਹੜੇ ਜਗਤ ਤੇ ਦੇਸ਼ ਦੁਨੀਆ ਤੇ ਵਿਦਮਾਨ ਹੈ ਉਹਨੂੰ ਵੇਖ ਕੇ ਨਹੀਂ ਖੁਸ਼ੀ ਆਉਂਦੀ। ਜਿਹਦੇ ਹੈ ਨਹੀਂ ਗੇ ਉਹਦੀਆਂ ਗੱਲਾਂ ਕਹਾਣੀਆਂ ਸੁਣ ਕੇ ਇਹ ਸਰੀਰ ਧਾਰੇ ਨੂੰ ਖੁਸ਼ੀ ਚੜ੍ਹਦੀ ਹੈ। ਫੇਰ ਕੀ ਹੋਇਆ ਜੀ? ਤਾਂ ਸੰਤ ਲੋਕਾਂ ਨੇ ਇਹਦੇ ਕਈ ਪ੍ਰਮਾਣ ਦਿੱਤੇ ਆ। ਕੀ ਪ੍ਰਮਾਣ ਦਿੱਤੇ? ਉਹ ਕਹਿੰਦੇ ਆ ਜਿਵੇਂ ਕਿਸੇ ਨੂੰ ਬੱਚਾ ਖਿਡਾਉਣ ਵਾਸਤੇ ਰੱਖਿਆ ਹੋਇਆ ਕਿਸੇ ਮਾਈ ਨੂੰ, ਤੇ ਬੱਚਾ ਜਦੋਂ ਰੋਂਦਾ ਜਿੱਦ ਕਰਦਾ ਹੈ ਉਹ ਫਿਰ ਉਹਨੂੰ ਦੱਸਦੀ ਹੈ ਵੀ ਲਿਆ ਤੈਨੂੰ ਕਹਾਣੀ ਦਾ ਮੈਂ ਲੋਰੀ ਦਿੰਦੀ। ਇਹਨੂੰ ਲੋਰੀ ਵੀ ਬੋਲੇ। ਲੋਰੀ ਮੈਂ ਨਾ ਉਹਦੀ ਲੋਰ ਚ ਆ ਜਾਣਾ। ਨਸ਼ੇ ਚ ਜਿਵੇਂ ਨਿਸ਼ਈ ਲੋਕ ਆ ਜਾਂਦੇ। ਰੋਂਦਾ ਲਿਆ ਮੈਂ ਤੈਨੂੰ ਦੱਸਦੀ ਇੱਕ ਗੱਲ ਸੁਣ। ਹਾਂ, ਆਖੇ ਇੱਕ ਅਸਤ ਦੇਸ਼ ਦਾ ਰਾਜਾ ਸੀ। ਜਦੋਂ ਮੂੰਹੋਂ ਨਿਕਲਿਆ ਉਹ ਸੁਣਨ ਨੂੰ ਉਕਸਤ ਹੋਇਆ। ਇੱਕ ਅਸਤ ਦੇਸ਼ ਦਾ ਰਾਜਾ ਸੀ ਤੇ ਉਸ ਦੀਆਂ ਦੋ ਰਾਣੀਆਂ ਸੀ। ਇੱਕ ਤਾਂ ਅਜੇ ਪੈਦਾ ਨਹੀਂ ਸੀ ਹੋਈ ਤੇ ਇੱਕ ਅਜੇ ਵਿਆਹੀ ਨਹੀਂ ਸੀ। ਜਿਵੇਂ ਲੋਕ ਬੋਲਦੇ ਕਿ ਬਾਤ ਦਾ ਹੰਗਾਰਾ ਉਹ ਹੱਛ ਫੇਰ ਕੀ ਹੋਇਆ? ਉਸ ਦੇ ਅੱਗੇ ਦੋ ਬੇਟੇ ਹੋਏ। ਇੱਕ ਅਜੇ ਉਦਰਤੀ ਨਹੀਂ ਆਇਆ ਸੀ ਤੇ ਇੱਕ ਅਜੇ ਪੈਦਾ ਹੀ ਨਹੀਂ ਹੋਇਆ ਸੀਗਾ। ਉਹ ਦੋਨਾਂ ਬੱਚਿਆਂ ਦੇ ਵਿਆਹ ਹੋਏ। ਮਤਲਬ ਰਹਿ ਗਿਆ ਕਿ ਜਿਹੜਾ ਰੋਂਦਾ ਸੀ ਉਹ ਤਾਂ ਚੁੱਪ ਕਰ ਗਿਆ ਕਹਾਣੀ ਸੁਣ ਕੇ। ਇਹ ਲੋਕ ਆਹ ਕਹਾਣੀਆਂ ਸੁਣ ਕੇ ਖੁਸ਼ ਹੈ। ਸੁਣਾਓ ਇਹਨਾਂ ਨੂੰ ਕਹਾਣੀਆਂ, ਚਾਹੇ ਕੁਛ ਹੈ ਚਾਹੇ ਨਹੀਂ ਹੈ। ਤਾਂ ਇੱਕ ਨੂੰ ਮੈਂ ਇੱਕ ਇਹੀ ਗੱਲ ਆਈ, ਇਹ ਅੱਗੇ ਵੀ ਗ੍ਰੰਥ ਚ ਆ ਗਈ ਹੈ, ਉਹਦਾ ਸਮਝ ਲਓ ਮੰਨਣੀ ਹੈ ਵੀ ਨਾਵਲ ਸਾਹਿਤ ਜਿਤਨੀਆਂ ਕਹਾਣੀਆਂ ਯੋਧਿਆਂ ਦੀਆਂ ਅਥਵਾ ਚੋਰਾਂ ਡਾਕੂਆਂ ਦੀਆਂ ਵੀ ਕਹਾਣੀਆਂ, ਉਹਨਾਂ ਦੇ ਵੀ ਕਿੱਸੇ ਕਹਾਣੀਆਂ, ਭਗਤਾਂ ਦੇ ਵੀ ਕਿੱਸੇ ਕਹਾਣੀਆਂ। ਜਿਸ ਕਿਤਾਬ ਦੇ ਵਿੱਚ ਉਹਨਾਂ ਦੇ ਕਿੱਸੇ ਕਹਾਣੀਆਂ ਲਿਖੇ ਹੈ, ਉਹ ਜਿਨ੍ਹਾਂ ਬਾਰੇ ਉਹ ਕਿਤਾਬ ਕਿੱਸਾ ਬੋਲਦਾ ਹੈ
ਉਹ ਡਾਕੂ ਸੀ ਜੀ, ਐਂ ਡਾਕਾ ਮਾਰਦੇ ਸੀ। ਭਗਤ ਸੀ ਜੀ, ਐਂ ਭਗਤੀ ਕਰਦੇ ਸੀ। ਦਾਨੀ ਸੀ ਜੀ, ਐਂ ਦਾਨ ਕਰਦੇ ਸੀ। ਉਸ ਗ੍ਰੰਥ ਦੇ ਵਿੱਚ ਤਾਂ ਉਹ ਹੈ ਨਹੀਂਗਾ ਕੋਈ ਵੀ ਜਿਹੜਾ ਦੀ ਗੱਲ ਕਰਦੇ ਆ। ਤਾਂ ਮਾਨਾ ਤਾਂ ਇਹ ਰਹਿ ਗਿਆ ਕਿ ਵੀ ਜਿਹਦੀ ਬਾਣੀ, ਕਿੰਨੀਆਂ ਬਾਣੀਆਂ ਸੰਤਾਂ ਨੇ ਲਿਖੀਆਂ, ਕਿੰਨਿਆਂ ਲੋਕਾਂ ਨੇ ਗ੍ਰੰਥ ਲਿਖੇ, ਬਾਣੀਆਂ ਸਾਰੀਆਂ। ਜਿਹੜੇ ਗ੍ਰੰਥ 'ਚ ਬਾਣੀਆਂ ਲਿਖੀਆਂ, ਜਿਹਦੇ ਬਾਰੇ ਲਿਖੀਆਂ, ਉਹ ਇਸ ਗ੍ਰੰਥ 'ਚ ਹੈਗਾ। ਜਦੋਂ ਕਿਸੇ ਕਹਾਣੀਆਂ ਵਾਲੇ ਡਾਕੂ, ਬਦਮਾਸ਼, ਸੰਤ, ਸਾਧੂ, ਭਗਤ ਉਹ ਹੈ ਨਹੀਂ, ਤੇ ਜਿਹੜੇ ਗ੍ਰੰਥ ਵਿਦਵਾਨ ਜਿਨ੍ਹਾਂ ਬਾਰੇ ਇਹ ਹੈ ਉਹ ਹੈਗੇ ਇਹਦੇ 'ਚ, ਤਾਂ ਇਹਦਾ ਰਿਜ਼ਲਟ ਤਾਂ ਵੀ ਹੈ ਹੀ ਨਹੀਂ। ਫਿਰ ਉਹ ਕਿੱਥੇ ਆ? ਤਾਂ ਇੱਥੇ ਹੋਏਗਾ ਕਿ ਵੀ ਡਾਕੂ ਤਾਂ ਜੀ ਜਿਨ੍ਹਾਂ ਦੀਆਂ ਕਹਾਣੀਆਂ, ਭਗਤ ਜਿਹੜੇ ਜਿੰਨੀਆਂ ਕਹਾਣੀਆਂ ਉਹ ਤਾਂ ਸਾਰੇ ਮਰ ਗਏ। ਜੇਕਰ ਉਹ ਮਰ ਗਏ ਤਾਂ ਜਿਨ੍ਹਾਂ ਦੀਆਂ ਕਹਾਣੀਆਂ ਉਹ ਮਰ ਗਏ, ਤੇ ਜਿਹੜੇ ਉੱਤਮ ਕਹਾਣੀਆਂ ਜਿਨ੍ਹਾਂ ਦੀਆਂ ਲਿਖੀਆਂ ਉਹ ਵੀ ਮਰ ਗਏ। ਮਰ ਗਏ ਜਾ ਕੇ ਉਹਨਾਂ ਨੂੰ ਕੀ ਆਖੋਗੇ? ਕੁਛ ਗੱਲਾਂ ਹਨ ਤਾਂ ਅੰਤ ਨੂੰ ਇਹ ਆਉਂਦਾ ਹੈ ਵੀ ਨਾ ਕੋਈ ਇਹਦੇ ਵਿੱਚ ਯੋਧਾ ਰਹਿ ਗਿਆ ਜਿਸ ਗ੍ਰੰਥ 'ਚ, ਨਾ ਕੋਈ ਡਾਕੂ ਆ ਗ੍ਰੰਥ 'ਚ, ਨਾ ਕੋਈ ਰਾਜਾ ਹੀ ਹੈ ਜਿਹੜੇ ਗ੍ਰੰਥ 'ਚ। ਤਾਂ ਅੰਤ ਨੂੰ ਰਹਿ ਗਿਆ ਕਿ ਵੀ ਜਿਹੜੇ ਗੁਰੂ ਹੈ ਉਹ ਗ੍ਰੰਥ 'ਚ ਹੈਗੇ ਆ, ਜਿੰਨੇ ਵੀ ਗ੍ਰੰਥ ਹੈ। ਤਾਂ ਫਿਰ ਇਹੀ ਪਤਾ ਲੱਗੇਗਾ ਵੀ ਇਹ ਗ੍ਰੰਥ ਫਿਰ ਕੀ ਦੱਸਦੇ ਆ। ਆਪਣੇ ਬਾਰੇ ਦੱਸਦੇ ਆ ਕਿ ਕਿਸੇ ਹੋਰ ਬਾਰੇ ਦੱਸਦੇ ਆ। ਤਾਂ ਤੁਹਾਨੂੰ ਇਹ ਲੱਗੇਗਾ ਕਿ ਇਹ ਕਿੱਸਾ ਹੈ ਪੂਰਨ ਭਗਤ ਦਾ ਤੇ ਅਛਰਾਂ ਰਾਣੀ ਦਾ। ਇਹ ਗ੍ਰੰਥ ਉਹਨਾਂ ਬਾਰੇ ਦੱਸਦਾ ਹੈ। ਜਦੋਂ ਅਛਰਾਂ ਰਾਣੀ ਤੇ ਪੂਰਨ ਭਗਤ ਬਾਰੇ ਗ੍ਰੰਥ ਦੱਸਦਾ ਹੈ ਤੇ ਦੂਜੇ ਗ੍ਰੰਥ ਵੀ ਇਉਂ ਹੀ ਕਿਸੇ ਬਾਰੇ ਦੱਸਦੇ ਆ। ਅਛਰਾਂ ਤੇ ਪੂਰਨ ਭਗਤ ਤਾਂ ਹੈ ਨਹੀਂ, ਤੇ ਜਿਹਦੇ ਬਾਰੇ ਗੁਰਬਾਣੀ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਦੱਸਦੀ, ਉਹ ਕਿ ਪੂਰਨ ਭਗਤ ਨੂੰ ਅਛਰਾਂ ਰਾਣੀ ਨੂੰ ਹੈਗੇ ਆ ਕਿ ਹੈ ਨਹੀਂ। ਤਾਂ ਇਹ ਹੈ ਵੀ ਫਿਰ ਜੇ ਹੈਗੇ ਆ ਕਿ ਹੈ ਨਹੀਂ ਗੇ, ਪਹਿਲਾਂ ਤਾਂ ਇਹ ਆਪਣੇ ਵਿਗਿਆਨ ਚ ਲਿਆਓ ਵੀ ਜਿਹਨੂੰ ਬਾਣੀ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਬੋਲਿਆ, ਉਹ ਹੈ ਕਿ ਨਹੀਂ? ਉਹ ਤਾਂ ਕਹਿੰਦੇ ਹੈ ਵੀ ਸੱਚ। ਤੇ ਜਿਹੜੇ ਡਾਕੂਆਂ ਦੀਆਂ ਗੱਲਾਂ ਕਰਨ ਤਾਂ ਕਿਤਾਬਾਂ ਚ ਆਈਆਂ, ਇਹ ਉਹਨਾਂ ਵਾਂਗਾਂ ਤਾਂ ਨਹੀਂ। ਉਹਨਾਂ ਨੂੰ ਤਾਂ ਨੇ ਆਖਿਆ ਹੈ ਵੀ ਸੱਚ। ਇਹ ਤਾਂ ਇੱਕ ਇਹਨੂੰ ਹੀ ਕਿਹਾ, ਕਿਹਨੂੰ ਕਿਹਾ? ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਤੇ ਨਾਨਕ ਹੋਸੀ ਵੀ ਸੱਚ। ਤੇ ਫਿਰ ਇਹ ਵੀ ਜਦੋਂ ਸਾਨੂੰ ਉਹ ਕੌਣ ਆ ਜਿਹੜੇ ਬਾਰੇ ਬੋਲਿਆ, ਤੇ ਬਾਣੀ ਆਪ ਕੀ ਹੈ? ਬਾਣੀ ਸਰੂਪ ਲੱਛਣ ਆ ਉਹਨਾਂ ਦੇ ਤਟਸਥ ਲੱਛਣ ਕਿ ਤਟਸਥ ਲੱਛਣ ਹੈ। ਤੇ ਇਹ ਹੈਗਾ ਵੀ ਨਾ ਸਰੂਪ ਲੱਛਣਾਂ ਦਾ ਪਤਾ ਹੈ। ਜਿਹਨੂੰ ਆਦ ਸੱਚ ਜੁਗਾਦ ਸੱਚ ਆ, ਉਹਦਾ ਕਿਆ ਸਰੂਪ ਹੈ? ਤਾਂ ਸਾਰੀ ਜ਼ਿੰਦਗੀ ਕਰੀ ਜਾਓ, ਕਿਸੇ ਦੇ ਪੱਲੇ ਕੁਛ ਨਹੀਂ ਆਉਣ ਵਾਲਾ।
ਕਿੰਨਾ ਕੁਝ ਦੁਨੀਆ ਬੋਲ ਬੋਲ ਕੇ ਗਈ। ਜਿੰਨਾ ਚਿਰ ਲੋਕ ਬੋਲੀ ਜਾਂਦੇ ਐ, ਮੈਂ ਜੀ 15 ਪਾਠ ਕਰ ਚੁੱਕਿਆ ਹੂੰ ਜ਼ਿੰਦਗੀ 'ਚ, ਕਰ ਸਕਿਆ ਹੋਏਗਾ, ਇਹਦੇ 'ਚ ਕੋਈ ਸੰਦੇਹ ਨਹੀਂ। ਜਿਹਨੂੰ ਲੱਗਣਾ ਹੈ ਉਹ ਗੀਤਾ ਭਾਗਵਤ ਦੇ, ਗੁਰਬਾਣੀ ਦੇ ਕਈ ਪਾਠ ਕਰ ਚੁੱਕਿਆ ਹੋਏਗਾ। ਪਰ ਵੇਖਣਾ ਤਾਂ ਇਹ ਹੈ ਵੀ ਪਹਿਲੇ ਪਾਠ ਦੀ, ਜਿਹੜੇ ਤੋਂ ਪਹਿਲਾਂ ਪੂਰਾ ਪਾਠ ਸੁਣਿਆ, ਉਹਦੀ ਮੰਜ਼ਿਲ ਕਿੱਥੋਂ ਤੀਕ ਸੀ। ਜਿਹੜਾ ਦੂਜੀ ਵਾਰ ਇੱਕ ਪਾਠ ਸੁਣਿਆ, ਉਸ ਪਾਠ ਨੇ ਤੈਨੂੰ ਕਿੱਥੋਂ ਤੀਕ ਪਹੁੰਚਾਇਆ। ਜਿਹੜਾ 5 ਵਾਰੀ ਪਾਠ ਸੁਣਿਆ, ਉਹਦੀ ਤਾਕਤ ਸੇ ਕਿੱਥੋਂ ਤੀਕ ਪਹੁੰਚ ਤੇਰੀ ਹੁਣ। ਤੇ ਉਹ ਹੀ ਰੋਟੀ ਰੋਜੀ, ਰੋਟੀ ਕੱਪੜਾ ਤੇ ਮਕਾਨ ਉੱਥੇ ਹੀ ਬੈਠਾ ਉਦੋਂ ਦਾ। ਇੱਥੇ ਤਾਂ ਉਹ ਵੀ ਬੈਠੇ ਜਿਨ੍ਹਾਂ ਨੇ ਇੱਕ ਵਾਰੀ ਵੀ ਨਹੀਂ ਪਾਠ ਸੁਣਿਆ, ਤੇ ਤੂੰ 10 ਵਾਰੀ ਪਾਠ ਸੁਣ ਕੇ ਉੱਥੇ ਹੀ ਖੜਾ ਹੈ। ਤੂੰ ਬਤਾ ਤਾਂ ਸਹੀ ਜਨਤਾ ਨੂੰ, ਜਿਹੜੇ ਇੰਨੇ ਲੋਕ ਚਾਅ ਨਾਲ ਗੁਰਬਾਣੀ ਸੁਣਨ ਆਏ ਐ, ਉਹਨਾਂ ਨੂੰ ਬਤਾ ਤਾਂ ਸਹੀ ਵੀ ਮੈਂ ਇੱਥੇ ਆ, ਤੁਸੀਂ ਇੱਥੇ ਆ। ਅੱਛਾ, ਉਹਨਾਂ ਦਾ ਤਾਂ ਪਤਾ ਵੀ ਰੋਟੀ ਕੱਪੜਾ ਮਕਾਨ ਤੇ ਹੀ ਆ ਸਾਰੇ। ਜੋ ਬੜਾ ਬੜਾ ਵਪਾਰੀ, ਜੋ ਬੜਾ ਬੜਾ ਕਰਤੱਵ ਵਾਲਾ, ਜੋ ਕਿਸਾਨ, ਜੋ ਕੋਈ, ਇਹਦੇ ਸਾਰੇ ਦੇ ਲਕਸ਼ ਕੇ ਰੋਟੀ ਕੱਪੜਾ ਤੇ ਮਕਾਨ ਹੈ। ਤੇ ਜਿਹਨੇ ਇੰਨੇ ਬਾਣੀ ਦੇ ਪਾਠ ਲੋਕਾਂ ਨੂੰ ਸੁਣਾਏ, ਤੇ ਆਪ ਵੀ ਪੜ੍ਹੇ ਤੇ ਸੁਣੇ ਵੀ ਨਾਲ, ਵੀ ਤੇਰੀ ਕਿੱਥੋਂ ਤੀਕ ਪਹੁੰਚ। ਤੇਰਾ ਲਕਸ਼ ਵੀ ਰੋਟੀ ਕੱਪੜਾ ਮਕਾਨ ਤੇ ਹੀ ਹੈ। ਤੇ ਜੇ ਤੂੰ ਵੀ ਰੋਟੀ ਕੱਪੜਾ ਮਕਾਨ ਤੇ ਹੀ ਹੈ, ਤਾਂ ਰੋਟੀ ਕੱਪੜਾ ਮਕਾਨ ਦਾ ਲਕਸ਼ ਤਾਂ ਉਹਨਾਂ ਦਾ ਵੀ ਹੈ ਜਿਨ੍ਹਾਂ ਨੇ ਅੱਜ ਤੱਕ ਗੁਰਬਾਣੀ ਨੂੰ ਵੇਖਿਆ ਵੀ ਨਹੀਂ, ਦਰਸ਼ਨ ਵੀ ਨਹੀਂ ਕੀਤਾ, ਕੰਨ ਨਾਲ ਸਰਵਣ ਵੀ ਨਹੀਂ ਕੀਤਾ, ਕਿਸੇ ਅਸਥਾਨ 'ਚ ਗਏ ਨਹੀਂ ਚੰਗੇ 'ਚ, ਉਹ ਵੀ ਰੋਟੀ ਕੱਪੜਾ ਮਕਾਨ ਤੇ ਖੜੇ ਆ। ਤੇ ਤੁਸੀਂ ਵੀ ਰੋਟੀ ਕੱਪੜਾ ਮਕਾਨ ਤੇ ਖੜੇ ਆ। ਤੇ ਇਹ ਬਾਣੀਆਂ ਦਾ, ਇਹਦਾ ਮਹਾਤਮ ਤਾਂ ਹੀ ਨਹੀਂ ਲੋਕਾਂ ਦੇ ਵਿੱਚ ਪ੍ਰਫੁੱਲਤ ਹੁੰਦਾ, ਕਿਉਂਕਿ ਕਿਸੇ ਨੇ ਬਤਾਇਆ ਨਹੀਂ ਵੀ ਕੀ ਮਹਾਤਮ ਹੈ। ਗ੍ਰੰਥਾਂ ਨੇ ਦੱਸਿਆ ਹੈ ਇਹਦੀਆਂ ਭੂਮਿਕਾ ਹਨ। ਜਿਵੇਂ ਭਾਵੇਂ ਪੌੜੀ ਇੱਕ ਹੈ, ਪੌੜੀ ਇੱਕ ਹੈ, ਇੱਧਰ ਲਾ ਦਿਓ ਚੱਕ ਕੇ, ਇੱਧਰ ਲਾ ਦਿਓ ਚੱਕ ਕੇ, ਪੌੜੀ ਇੱਕ ਹੀ ਹੈ। ਪਰ ਪੌੜੀ ਇੱਕ ਹੈ ਜਿਹੜੀ, ਉਹਦੇ 'ਚ ਡੰਡੇ ਕਈ ਹਨ। ਉਹ ਡੰਡੇ ਨਾ ਪੌੜੀ 'ਚ ਲੱਗੇ ਹੋਣ ਤਾਂ ਤੁਸੀਂ ਜਿਹੜਾ ਤੁਹਾਡਾ ਉੱਪਰ ਚੜ੍ਹਨਾ ਚਾਹੁੰਦੇ ਚੜ੍ਹ ਨਹੀਂ ਸਕਦੇ, ਕਿਉਂਕਿ ਉਹ ਡੰਡਿਆਂ ਦੀ ਮਦਦ ਹੈ। ਤਾਂ ਸਾਡੇ ਲੋਕਾਂ ਦੇ ਦਰਮਿਆਨਿਆਂ ਦੇ ਮਕਾਨ ਆ ਜਿਹੜੇ, ਇਸ 7-8 ਡੰਡਿਆਂ ਦੀ ਪੌੜੀ ਬਣ ਚੜੇ ਜਾਂਦੇ, ਛੱਤ ਤੇ ਪਹੁੰਚ ਜਾਂਦੇ। ਤੇ ਗੁਰਬਾਣੀ ਦੇ ਵਿੱਚ ਇਹ ਵੀ ਆਉਂਦਾ ਹੈ ਕਿ ਪੌੜੀ, ਵੀ ਗੁਰੂਆਂ ਨੂੰ ਕੋਈ ਐਵੇਂ ਮੂੰਹ ਚੋਂ ਬੋਲੀ ਗਏ ਪੌੜੀ, ਪੌੜੀ ਕੀ ਹੈ? ਇਹ ਲੋਕਾਂ ਨੇ, ਕਵੀ ਲੋਕਾਂ ਨੇ ਇਹਨੂੰ ਕਵਿਤਾ ਦੇ ਰੂਪ ਦੇ ਦਿੱਤੇ ਵੀ ਇਹ ਪੌੜੀ ਹੈ ਜੀ, ਇਹ ਸ਼ਲੋਕ ਹੈ ਜੀ, ਇਹ ਸਵਈਆ ਹੈ। ਪਰ ਚਲੋ ਇੱਕ ਆਉਂਦਾ ਰਹਾਓ, ਵੀ ਜਿਹੜੀ ਬਾਤ ਤੁਸੀਂ ਸਰਵਣ ਕਰਦੇ ਆ, ਉਹਦੀ ਗਿਆਤ ਕਰਦੇ ਆ, ਉਹਦੇ ਤੇ ਰਹਿਨੇ ਵੀ ਆ ਕਿ ਮੂੰਹ ਸੁਣ ਸੁਣ ਕੇ ਕੱਢੀ ਜਾਂਦੇ ਆ, ਬੋਲੀ ਜਾਂਦੇ। ਰਹਾਓ, ਇਸ ਤੇ ਰਹੋ ਵੀ, ਰਹੋ ਮੈਂ ਨਾ। ਇੱਥੇ ਤੁਹਾਡੇ ਚ ਕੋਈ ਵਾਅਦਾ ਕਰ ਗਿਆ, ਉਸ ਵਾਅਦੇ ਤੇ ਰਹਿਣਾ,
ਵੀ ਮੈਂ ਇਹ ਕਹਿ ਕੇ ਆਇਆ, ਮੈਂ ਉਸ ਗੱਲ ਤੇ ਰਿਹਾ ਖੜਾ ਹਾਂ। ਬਾਣੀ ਕਹਿੰਦੀ ਰਹਾਓ, ਤਾਂ ਦੂਜੇ ਪਾਸੇ ਕਹਿੰਦੀ ਪੌੜੀ, ਤੀਜੇ ਪਾਸੇ ਕਿਹਾ ਮਹੱਲਾ, ਔਰ ਘਰ ਦੂਜਾ, ਘਰ ਤੀਜਾ। ਕੋਈ ਗੁਰੂਆਂ ਦਾ ਗੋਜ ਵਿਪਰਾ ਦੱਸਣ ਦਾ, ਉਹ ਕੋਈ ਲੋਕਾਂ ਦੇ ਘਰ ਗਿਣਦੇ ਸੀ ਵੀ ਇਹ ਲੋਕਾਂ ਵਾਲੀਆਂ ਗੱਲਾਂ ਹੀ ਵਿੱਚ ਆਈਆਂ। ਰਹਾਓ, ਪੌੜੀ, ਸ਼ਲੋਕ, ਮਹੱਲਾ ਦੂਜਾ ਤੀਜਾ, ਤਾਂ ਘਰ, ਸ਼ਲੋਕ, ਮਹੱਲਾ ਪੰਜਵਾਂ, ਘਰ ਤੀਜਾ। ਇਹ ਕੀ ਬਤਾਉਂਦਾ? ਕਹੋ ਮਹੱਲਾ ਪੰਡਤਾਂ ਵਾਲਾ, ਗਲੀ ਫਲਾਨੀ, ਉਸ ਗਲੀ ਦੇ ਉੱਤੇ ਘਰ ਦੂਜਾ ਜਾਂ ਤੀਜਾ ਜਾਂ ਚੌਥਾ। ਜਿਵੇਂ ਇਹ ਬਤਾਇਆ ਦੱਸਣ ਲਈ, ਇਹੀ ਰੂਪ ਰੇਖਾ ਗੁਰੂਆਂ ਨੇ ਪਰਮਾਰਥ ਦੀ ਬਤਾਈ ਹੈ। ਗੁਰੂ ਵਿਚਾਰੇ ਕੋਈ ਦੁਨੀਆ ਦੇ ਘਰ ਗਿਣਦੇ ਫਿਰਦੇ ਸੀ ਵੀ ਕਿਹਦਾ ਘਰ ਦੱਸਦੇ, ਫਿਰ ਉਹਨਾਂ ਨੇ ਇਹ ਕਿਉਂ ਕਿਹਾ ਘਰ? ਤਾਂ ਨਾ ਜਾਣਨੇ ਕਰਕੇ, ਜੇ ਘਰ ਤੀਜਾ ਤਾਂ ਇਹ ਤੀਜੇ ਗੁਰੂ ਦੀ ਹੈ, ਜੇ ਘਰ ਚੌਥਾ ਤਾਂ ਚੌਥੇ ਗੁਰੂ ਦੀ ਹੈ। ਇਹ ਤਾਂ ਤੁਹਾਡੇ 68 ਹੈ। ਦੁਨੀਆ ਦੀਆਂ ਗੱਲਾਂ ਉਹ ਕਰਨ ਵਾਸਤੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਰਚਿਆ। ਬਾਤ ਰਹੇਗੀ ਤਾਂ ਉਹਦੀ ਮਦਦ ਵਾਸਤੇ, ਉਹਨੂੰ ਜਾਣਨ ਵਾਸਤੇ ਗ੍ਰੰਥਾਂ ਦੀ ਜ਼ਰੂਰਤ ਹੈ। ਗ੍ਰੰਥ ਕੱਲਾ ਕੀ ਦੱਸੂਗਾ? ਬਾਜ਼ਾਰੋਂ ਗ੍ਰੰਥ ਲੈ ਲਿਆ 200-400 ਦਾ। ਅੱਛਾ, ਜੇ ਉਹ ਗ੍ਰੰਥ ਬਾਜ਼ਾਰੋਂ ਲਿਆਂਦਾ 200-400 ਦਾ, ਤਾਂ ਇਹਦੇ ਚ ਵੀ ਬਹੁਤ ਉੱਚੀ ਬਾਣੀ ਹੈ, ਤੇ ਇਹਨੂੰ ਨੀਵਾਂ ਨਹੀਂ ਰੱਖਣਾ, ਇਹਨੂੰ ਉੱਚਾ ਬਣਾ ਲਓ। ਇੱਕ ਅਲਮਾਰੀ ਉੱਚੇ ਥਾਂ ਰੱਖੋ। ਇਹ ਉੱਚੀ ਬਾਣੀ ਉੱਚੇ ਥਾਂ ਰੱਖਣ ਵਾਸਤੇ ਨਹੀਂ ਗਈ, ਤੁਹਾਨੂੰ ਨੀਚੇ ਬੈਠਿਆਂ ਨੂੰ ਉੱਪਰ ਲਿਜਾਣ ਵਾਸਤੇ ਹੈ। ਵੀ ਕਿੱਥੇ ਬੈਠਾ ਤੂੰ, ਪਹਿਲਾਂ ਇਹ ਤਾਂ ਵੇਖ। ਐਸ ਮਿੱਟੀ ਦੇ ਸਰੀਰ ਤੇ ਇਹ ਬਾਣੀ ਤੈਨੂੰ ਇੱਥੋਂ ਉੱਚੇ ਲਿਜਾਣ ਵਾਸਤੇ ਹੈ। ਤਾਂ ਫਿਰ ਕਿਵੇਂ ਜਾਵਾਂਗੇ? ਇੱਥੇ ਵੀ ਜਿਵੇਂ ਗੁਰੂਆਂ ਨੇ ਬੋਲ ਬੋਲੇ ਆ, ਇਹ ਸੰਤਾਂ ਨੇ ਬੋਲ ਬੋਲਤੇ ਆ ਕੇ ਕਹੇ ਆਤਮਾ। ਅੱਛਾ, ਆਤਮਾ ਤੋਤਾ ਵੀ ਕਹਿੰਦਾ ਚੋਰੀ ਖਾਣੀ ਹੈ। ਤੋਤੇ ਨੂੰ ਚੋਰੀ ਦਾ ਕੀ ਪਤਾ ਵੀ ਕੀ ਕਾਦੀ ਬਣੀ ਹੈ? ਉਹਨੂੰ ਤਾਂ ਸ਼ਬਦ ਸਿਖਾਇਆ, ਆਖ ਗੰਗੂ ਰਾਮ ਚੋਰੀ ਖਾਣੀ ਹੈ, ਤੇ ਚੋਰੀ ਖਾਣ ਵਾਲੀ ਅਸੀਂ ਬਣਾ ਲਈ ਆਤਮਾ। ਆਤਮਾ ਕੀ ਹੈ? ਤਾਂ ਉਹ ਹੈਗਾ ਆ ਪੋਟ ਪਈ ਹੈ, ਇਹਦੇ ਵਿੱਚ ਆਤਮਾ ਹੈ, ਇਹਦੇ ਵਿੱਚ ਆਤਮਾ ਮੇਰੇ ਝੋਲੇ 'ਚ। ਯਾਰ ਦੀਦਾ ਤਾਂ ਹੈ ਨਹੀਂ, ਤਾਂ ਦੀਦੇ ਕਰਕੇ ਗੁਰੂਆਂ ਨੇ ਕਿਹਾ ਇਹ ਦਿਸਣ ਵਾਲਾ ਨਹੀਂਗਾ, ਆਤਮਾ ਝੋਲੇ 'ਚ ਉਹ ਆ ਕਿ ਜਿਹਨੂੰ ਝੋਲਾ ਦੀਦਾ। ਝੋਲੇ ਦੇ ਵਿੱਚ ਨਹੀਂ, ਜਿਸ ਆਤਮਾ ਦੇ ਗਿਆਨ ਦੇ ਵਿੱਚ ਤੈਨੂੰ ਝੋਲਾ ਵੀ ਦਿਖਦਾ ਹੈ, ਝੋਲੇ ਦਾ ਅੰਦਰ ਬਾਹਰ ਵੀ ਦਿਖਦਾ ਹੈ, ਉਹ ਝੋਲੇ ਦੇ ਵਿੱਚ ਪੈਣ ਵਾਲਾ ਨਹੀਂਗਾ, ਜਿਹਦੇ ਵਿੱਚ ਇਹੋ ਜਿਹੇ ਕਰੋੜਾਂ ਬ੍ਰਹਿਮੰਡ ਪਿੰਡ ਅਣਹੋਏ ਮਾਲਮ ਪੜਦੇ ਆ। ਉਹਦਾ ਨਾਂ ਆਤਮਾ।
ਤੇ ਫਿਰ ਸਾਧਕ ਪੁਰਸ਼ ਕਹਿੰਦਾ ਵੀ ਜੇ ਮੈਨੂੰ ਦੀਦਾ ਕਿਉਂ ਨਹੀਂ, ਮੈਨੂੰ ਪਤਾ ਦਿਸੇ ਨਾ, ਪਤਾ ਤਾਂ ਲੱਗੇ। ਤਾਂ ਗੁਰੂ ਲੋਕਾਂ ਨੇ ਕਿਹਾ ਜਿਹੜੀਆਂ ਗੱਲਾਂ ਨੂੰ ਤੂੰ ਸੱਚ ਮੰਨੀ ਬੈਠਾ ਇਹਨਾਂ ਨੂੰ ਜਾਣਦਾ। ਆ ਸਰੀਰ ਹੈ ਜਿਹੜਾ ਇਹ ਕੋਸ਼ ਕੋਠ ਜਿਹਦੇ ਵਿੱਚ ਕੋਈ ਚੀਜ਼ਾਂ ਰੱਖ ਕੇ ਅਧਾਲੇ ਕੰਧ ਕੱਢ ਦਈਏ ਤੇ ਵਿੱਚ ਇਹ ਨਾ ਪਤਾ ਲੱਗੇ ਕੀ ਕੁਛ ਪਿਆ, ਉਹਦਾ ਨਾਮ ਕੋਠਾ ਹੈ। ਜਿਹਦੇ ਵਿੱਚ ਇੱਕ ਵਿਗਿਆਨ ਸਫਰ ਹੋ ਰਿਹਾ ਹੈ ਤਾਂ ਪਤਾ ਨਹੀਂ ਲੱਗਦਾ, ਉਹਦਾ ਨਾਮ ਕਹਤਾ ਕੋਸ਼। ਇਹ ਕੋਸ਼ ਕਿੰਨੇ ਆ ਜੀ? ਤਾਂ ਇਹ ਹੈ ਵੀ ਗੁਰੂਆਂ ਨੇ ਆਖਿਆ ਪਹਿਲਾਂ ਸ਼ਬਦ ਪੱਕ ਲਾ, ਜਿਵੇਂ ਸਾਡੇ ਸਿੱਖ ਭਾਈਚਾਰੇ ਨੇ ਪਕਾਇਆ ਕਿਵ ਸਚਿਆਰਾਂ ਹੋਈ ਹੈ, ਕਿਵ ਕੂੜੋਂ ਟੁੱਟੇ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਦੋ ਬਾਤਾਂ, ਇਹ ਪ੍ਰਸ਼ਨ ਔਰ ਉੱਤਰ ਹੈ। ਕਿੰਨਿਆਂ ਨੂੰ ਪਤਾ ਵੀ ਪ੍ਰਸ਼ਨ ਕੀ ਹੈ, ਕਿਹੜੀ ਪਾਲ ਤੇ ਕਿਹੜੇ ਹੁਕਮ ਰਜਾਈ? ਇਹ ਹੈਗਾ ਨਹੀਂ, ਉਹਨਾਂ ਇਹਨੂੰ ਵੀ ਪੁੱਛਣਾ ਪਏਗਾ। ਤਾਂ ਇਸੇ ਤਰ੍ਹਾਂ ਕਹਿੰਦਾ ਇਹਦੇ ਵਿੱਚ ਜੀ ਕੋਸ਼ ਪੜਦੇ ਆ। ਤੂੰ ਇੱਕ ਵਾਰੀ ਕਹਿ ਸੁਣਿਆ, ਮੈਨੂੰ ਲਿਖ ਲੈਣ ਦਿਓ ਜੀ। ਲਿਖ ਲਿਆ, ਵਾਰੰਵਾਰ ਲਿਖਿਆ ਪੜਿਆ ਤੇ ਪਤਾ ਲੱਗ ਗਿਆ ਜੀ 5 ਕੋਸ਼ ਹੈ। ਅਨੁਭਵ ਵੀ ਹੈ ਕੋਸ਼ਾਂ ਦਾ। ਤਾਂ ਗੁਰੂਆਂ ਨੇ ਸੰਤਾਂ ਨੇ ਦੱਸਿਆ ਉਹ ਚਲੋ ਇੱਕ ਵਾਰੀ ਇਹ ਰੱਟ ਲਾ, ਅਸੀਂ ਤੈਨੂੰ ਦੱਸਦੇ ਹਾਂ। 5 ਕੋਸ਼ ਤੇ ਆਤਮ ਨਿਆਰੋ। ਜਿਸ ਆਤਮਾ ਦੀ ਗੱਲ ਕਰਦੇ ਆ ਉਹ 5 ਕੋਸ਼ਾਂ ਨੇ ਢਕਿਆ ਹੋਇਆ ਲੱਗਦਾ। ਇਹ ਕੀ ਬਾਤ ਹੈ? ਸੰਤਾਂ ਦੀ, ਗਿਆਨੀਆਂ ਦੀ। ਇਹ ਅਗ ਪੁਰਸ਼ ਦਾ 5 ਕੋਸ਼ ਤੇ ਆਤਮ ਨਿਆਰੋ। ਜਾਣ ਸੋ ਜਾਨੋ ਬ੍ਰਹਮ ਸਰੂਪ, ਤਾਂ ਤੇ ਭਿੰਨ ਜੋ ਦਿਸੇ ਸੁਣੀਏ ਸੋ ਮਾਨੋ ਮਿਥਿਆ ਭ੍ਰਮਕੂਪ। ਮਿਥਿਆ ਆਦਿ ਸ਼ੈਤਾਨ ਨਾ ਵਗਾੜੇ, ਜਿਉ ਸੁਪਨ ਭੀਖ ਨਾ ਦਰਿਦਰੀ ਭੂਪ। ਸਭ ਕੁਛ ਕਰਤਾ ਤਉ ਅਕਰਤਾ, ਅਦਭੁਤ ਰੂਪ ਅਨੂਪ। ਮੈਂ ਦੱਸਤਾ ਤੁਹਾਨੂੰ ਤਾਂ ਬਹੁਤ ਚਿਰ ਹੋ ਗਿਆ ਇਹਨਾਂ ਚੀਜ਼ਾਂ ਦੀ ਪੜਚੋਲ ਕਰਦਿਆਂ। ਅਗਰ ਕੋਈ ਨਵਾਂ ਭੈਣ ਭਰਾ ਸੁਣੇਗਾ ਤਾਂ ਉਹਨੂੰ ਏਡੀ ਛੇਤੀ ਪਤਾ ਲੱਗ ਗਿਆ। 5 ਕੋਸ਼ ਕਿਹੜੇ ਆ? ਇੱਥੋਂ ਸਾਨੂੰ ਇਹ ਹੈ ਵੀ ਜਾਣਨਾ ਪਊਗਾ। ਕਹਿਣੇ ਨਾਲ ਕੁਛ ਨਹੀਂ ਬਣਨ ਵਾਲਾ। ਇਹ ਇੱਕ ਬੜੀ ਭਾਰੀ ਮਨੁੱਖ ਦੇ ਹਿਰਦੇ 'ਚ ਭੁੱਲ ਹੈ ਵੀ ਮੈਂ ਜੀ ਇੰਨੇ ਜਪਜੀ ਸਾਹਿਬ ਦੇ ਪਾਠ ਕਰਦਾ, ਲੋਕਾਂ ਦੀਆਂ ਕਹਾਣੀਆਂ ਲਾਤੀਆਂ ਵੀ ਜਪਜੀ ਸਾਹਿਬ ਦੇ ਇੰਨੇ ਪਾਠ ਕਰੀਏ ਤਾਂ ਐ ਹੋ ਜਾਂਦਾ। ਜੇ ਇੰਨੇ ਕਰੀਏ ਤਾਂ ਧਰਤੀ ਪੁੱਠੀ ਹੋ ਸਕਦੀ ਹੈ, ਤੇ ਜੇ ਇੰਨੇ ਕਰ ਦਈਏ ਤਾਂ ਪੁੱਠੀ ਹੋਈ ਧਰਤੀ ਸਿੱਧੀ ਹੋ ਜਾਂਦੀ ਹੈ। ਜੇ ਵੀ ਇਹ ਵੀ ਕਿਸੇ ਨੇ ਕਿਹਾ
ਤਾਂ ਉਸ ਨੇ ਵੀ ਕਿਸੇ ਢੰਗ ਨਾਲ ਹੀ ਕਿਹਾ ਹੋਣਾ, ਤੁਸੀਂ ਫੇਰ ਵੀ ਨਹੀਂ ਸਮਝ ਪਾਏ। ਜਿਹੜੇ ਜਪਜੀ ਸਾਹਿਬ ਦੇ ਪਾਠ ਹੈ ਇਹ ਤਾਂ ਕਰਮ ਕਾਂਡ ਹੈ। ਜਿਹੜਾ ਲੋਕ ਬੋਲਦੇ ਜੀ ਬ੍ਰਾਹਮਣ ਕਰਮ ਕਾਂਡ ਕਰਦੇ, ਤੇ ਤੁਸੀਂ ਕਰਮ ਕਾਂਡ ਨਹੀਂ। ਕਿਰਿਆ ਦੁਆਰਾ ਜਿਹੜੀ ਚੀਜ਼ ਹੁੰਦੀ ਉਹਦਾ ਨਾਂ ਕਰਮ ਕਾਂਡ ਹੈ। ਇਹਦਾ ਕਰਮ ਕਾਂਡ। ਉਹ ਕਹਿੰਦੇ ਵੀ ਮੈਂ ਤਾਂ ਨਹੀਂ ਕਰਮ ਕਾਂਡ ਕਰਦਾ। ਤਾਂ ਮੂੰਹ ਨਾਲ ਕਹਿਣੇ ਸੇ ਕੁਛ ਨਹੀਂ ਹੋਣੇ ਵਾਲਾ। ਬੌਕਰ ਭਾਰੀ ਛੜਕਾਰ, ਤੱਪੜ ਝਾੜ ਦਰੀਆਂ ਵਿਛਾ, ਕੜਾ ਪ੍ਰਸ਼ਾਦ ਬਣਾ, ਵੰਡ ਲੰਗਰ ਬਣਾ, ਲੰਗਰ ਖਵਾ। ਇਹ ਨਹੀਂ ਅਸੀਂ ਕਹਿੰਦੇ ਵੀ ਕਿਉਂ ਦਰੀਆਂ ਝਾੜਦਾ, ਕਿਉਂ ਕੜਾ ਪ੍ਰਸ਼ਾਦ ਬਣਾਉਣਾ, ਕਿਉਂ ਖਵਾਉਣਾ ਲੋਕਾਂ ਨੂੰ। ਨਹੀਂ, ਪਰ ਅਸੀਂ ਤਾਂ ਇਹ ਦੱਸਦੇ ਵੀ ਇਹ ਕਰਮ ਕਾਂਡ ਹੈ। ਕਰਮ ਕਾਂਡ ਕਾਹਦੇ ਵਾਸਤੇ ਸੀ? ਦੂਜਾ ਬੋਲਦਾ ਜੀ ਮੈਂ ਤਾਂ ਕੁਛ ਨਹੀਂ ਹੁੰਦਾ। ਫੇਰ ਕੀ ਕਰਦਾ ਬਈ ਤੂੰ? ਬੈਠੇ ਇਹ ਕਰ ਛੱਡਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤੇ ਬੜਾ ਆਨੰਦ ਜਾ ਆਉਂਦਾ। ਇਹ ਆਨੰਦ ਤੈਨੂੰ ਤੇਰੀ ਆਵਾਜ਼ ਦਾ ਹੀ ਆਉਂਦਾ ਹੈ। ਜਿਹਦੇ ਬਾਰੇ ਆਵਾਜ਼ ਬੋਲਦੀ ਉਹਦਾ ਨਹੀਂ ਆਉਂਦਾ। ਉਹਦਾ ਕਿਵੇਂ? ਉਹਨੂੰ ਤਾਂ ਤੂੰ ਜਾਣਦਾ ਹੀ ਨਹੀਂ। ਤੇ ਇਹ ਉਪਾਸਨਾ ਤਾਂ ਗੁਰੂਆਂ ਨੇ ਇੱਥੇ ਟਿਕਣੇ ਲਈ ਕਿਹਾ ਕਿ ਸਾਰੀ ਜ਼ਿੰਦਗੀ ਕਰਮ ਕਾਂਡ ਕਰੀ ਚੱਲਿਓ ਅਥਵਾ ਸਾਰੀ ਜ਼ਿੰਦਗੀ ਉਪਾਸਨਾ ਕਰੀ ਚੱਲਿਓ। ਤਾਂ ਫੇਰ ਤੁਸੀਂ ਪ੍ਰਸ਼ਨ ਕਰੋ ਵੀ ਫੇਰ ਗੁਰੂਆਂ ਨੇ ਕੀ ਕਿਹਾ? ਤਾਂ ਗੁਰੂਆਂ ਨੇ ਤਾਂ ਆਖਿਆ ਵੀ ਇਹ ਕਰਮ ਅਭਾਸ ਜਿਹੜੇ ਲੱਗੇ ਆ, ਮੈਂ ਜਪਜੀ ਸਾਹਿਬ ਦੇ ਇੰਨੇ ਪਾਠ ਕੀਤੇ ਐ, ਮੈਂ ਇੰਨੇ ਲੰਗਰ ਵਰਤਾਏ, ਇੰਨੀਆਂ ਦਰੀਆਂ ਝਾੜਦਾ, ਇੰਨੇ ਫਰਸ਼ ਧੋਣਾ, ਤਾਂ ਕਾਹਦੇ ਲਈ? ਚਲੋ ਇਹ ਤਾਂ ਲੋ ਕਾਹਦੇ ਲਈ? ਗੁਰੂਆਂ ਦਾ ਲਕਸ਼ ਇਹ ਬਾਤ ਦਾ ਕੀ? ਤਾਂ ਬਾਣੀ ਨਹੀਂ ਦੱਸਿਆ ਕਿ ਗਿਆਨਾ ਕਾਰਨ ਕਰਮ ਅਭਿਆਸ, ਗਿਆਨ ਭਇਓ ਤੋ ਕਰਮ ਹੈ ਨਾਸ। ਖਤਮ ਹੋ ਗਏ ਕਰਮ। ਤੇ ਜਿਹੜੇ ਮਰਨ ਪਰਯੰਤ ਇਹੀ ਲੱਗੇ ਐ, ਇਹ ਇਹਨਾਂ ਦਾ ਕਿਰਿਆ ਹੀ ਦੱਸਦੀ ਹੈ ਕਿ ਇਹਨੂੰ ਕਿਸੇ ਨੂੰ ਗਿਆਨ ਨਹੀਂ ਹੋਇਆ। ਜੇ ਗਿਆਨ ਹੁੰਦਾ ਤਾਂ ਕਰਮ ਨਾਲ ਗੁਰੂਆਂ ਨੇ ਦ੍ਰਿਸ਼ਟਾਂਤ ਦਿੱਤਾ ਹੈ ਵੀ ਕਿਵੇਂ ਜੀ? ਕੋਈ ਆ ਤਾਂ ਜੀ ਜਵਾਵਾ ਰੁਚੀ ਜੀ ਬਣੀ ਸੀ, ਇੰਨੇ ਚਿਰ ਦੇ ਲੱਗੇ ਆ। ਤਾਂ ਗੁਰੂਆਂ ਨੇ ਕਿਹਾ ਵੇਖ ਲਾ, ਫਲ ਕਾਰਨ ਫੂਲੀ ਬਨ ਰਾਏ। ਜਿਵੇਂ ਬਨਾਸਪਤੀ ਫੁੱਲ ਫਲੀ ਫੁੱਲੀ ਹੈ, ਇਹ ਫਲ ਦੀ ਖਾਤਰ ਫੁੱਲੀ ਫੁੱਲੀ ਹੈ, ਪੱਤੇ ਵਿਖਾਉਣ ਵਾਸਤੇ ਨਹੀਂ। ਇਹ ਫਲ ਦੇਣ ਵਾਸਤੇ ਹੈ। ਜਦੋਂ ਫਲ ਲੱਗ ਗਿਆ ਅਕੇ ਫਲ ਕਾਰਨ ਫੂਲੀ ਬਨ ਰਾਏ। ਫਲ ਪਾਕੇ ਤੋ ਫੂਲ ਪਲਾਏ। ਫੁੱਲ ਜਿਹੜੇ ਸੀ ਜਿਹਦੇ ਚੋਂ ਫਲ ਨਿਕਲਿਆ ਉਹ ਸਾਰੇ ਝੜ ਗਏ। ਤੇ ਗੁਰੂਆਂ ਨੇ ਕਿਹਾ ਕਿ ਗਿਆਨ ਹੈ ਕਾਰਨ ਕਰਮ ਅਭਿਆਸ, ਗਿਆਨ ਭਇਓ ਤੋ ਕਰਮ ਹੈ ਨਾਸ। ਇਥੋਂ ਇਹ ਸਾਬਤ ਹੁੰਦਾ ਤੁਹਾਨੂੰ ਕਿਸੇ ਨੂੰ ਗਿਆਨ ਹੋਇਆ ਹੀ ਨਹੀਂ। ਜਦੋਂ ਫਸਲ ਨੂੰ ਫੁੱਲ ਲੱਗ ਜਾਂਦੇ, ਫਲ ਪੱਕਿਆ ਹੁੰਦਾ, ਉਹ ਸਭ ਝੜ ਜਾਂਦੇ। ਆ ਵੇਖਦੇ ਨਹੀਂ ਆ ਕਣਕਾਂ ਦੇ ਪੱਤੇ ਝੜ ਜਾਣਗੇ, ਕੱਲੀ ਨਲਕੀ ਨਾੜ ਰਹਿ ਜੂ। ਤਾਂ ਇਹ ਹੈ ਵੀ ਫੇਰ ਗੁਰੂਆਂ ਨੇ ਸਾਨੂੰ ਸੱਚੀ ਬਾਤ ਦੱਸੀ। ਸਾਨੂੰ ਉਲਝਾਉਣ ਵਾਲਿਆਂ ਨੇ ਹੋਰ ਪਾਸੇ ਉਲਝਾ ਲਿਆ ਵੀ ਇੱਕ ਪਾਠ ਕਰ, 2 ਕਰ, 3 ਕਰ, 4 ਕਰ। ਇੱਕ ਹੀ ਪਾਠ ਤਾਂ ਜਿਹੜਾ ਪੜ ਗਿਆ ਨਾ ਉਹ ਤਾਂ ਮੁਕਤ ਹੈ।
ਤੇ ਗੁਰੂਆਂ ਦੇ ਬਚਨ ਹੀ ਕਹਿੰਦੇ ਨਹੀਂ। ਇਹ 21 ਪਾਠ ਜਿਹੜਾ ਕਰ ਗਿਆ ਉਹ ਮੁਕਤ ਹੋ ਕੇ ਬਾਣੀ 'ਚ ਲਿਖਿਆ। ਤਾਂ ਫੇਰ ਹੋਏਗਾ ਵੀ ਇਹ ਕਿਹਨੇ ਸੁਣਾਇਆ ਸੀ ਤੁਹਾਨੂੰ? ਮਹਾਂਪੁਰਸ਼ ਆਦੇ ਸੀ। ਉਹਨੂੰ ਕਿਹਨੇ ਸੁਣਾਇਆ? ਉਹ ਮਹਾਂਪੁਰਸ਼ ਆਦੇ ਸੀ। ਮਹਾਂਪੁਰਸ਼ ਆਦੇ ਤੇਰਾ ਆਪਣਾ ਤਾਂ ਵਿਗਿਆਨ ਨਹੀਂ, ਆਪਣਾ ਵਿਗਿਆਨ ਜਗਾ। ਪਹਿਲੇ ਪਾਠ ਨਾਲ ਕੀ ਸਥਿਤੀ ਹੋਈ, ਦੂਜੇ ਪਾਠ ਨਾਲ ਕੀ ਸਥਿਤੀ, ਤੀਜੇ ਪਾਠ ਨਾਲ ਕੀ ਸਥਿਤੀ ਹੋਈ? ਕੋਈ ਤਾਂ ਹੋਵੇ ਥਿਰਤਾ। ਜੰਮਣ ਤੋਂ ਤੂੰ ਡਰਦਾ ਹੈ, ਮਰਨ ਤੋਂ ਤੂੰ ਡਰਦਾ ਹੈ। ਚੰਗਾ ਤੈਨੂੰ ਲੱਗਦਾ ਹੈ, ਮਾੜਾ ਤੈਨੂੰ ਲੱਗਦਾ ਹੈ। ਤਾਂ ਇਹਦੇ ਅੱਗੇ ਰਾਗ ਤੇਰੀ ਬਿਰਤੀ 'ਚ ਹੈ, ਦੁਆਇਸ਼ ਤੇਰੀ ਬਿਰਤੀ 'ਚ ਹੈ, ਆਪਣਾ ਪਰਾਇਆ ਤੇਰੀ ਬਿਰਤੀ 'ਚ ਹੈ। ਤੇ ਜਿਹੜਾ ਗੁਰੂਆਂ ਨੇ ਕਿਹਾ ਸੀ ਉਹ ਤਾਂ ਤੇਰੇ ਅੰਦਰ ਵਿਗਿਆਨ ਜਾਗਿਆ ਹੀ ਨਹੀਂ। ਜੇਕਰ ਉਹ ਵਿਗਿਆਨ ਜਿਹਦੇ ਅੰਦਰ ਜਾਗਿਆ ਤਾਂ ਉਹਨਾਂ ਨੇ ਕੀ ਕਿਹਾ? ਅੱਛਾ ਤੂੰ ਇੰਨੇ ਪਾਠ ਕਰਦਾ ਹੈ, ਤੈਨੂੰ ਬਈ ਕੋਟ ਕੋਟ ਪ੍ਰਣਾਮ ਹੈ, ਤੂੰ ਪਾਠ ਕਰਦਾ ਹੈ, ਪਰ ਤੈਨੂੰ ਇਸ ਪਾਠ ਦੇ ਵਿੱਚੋਂ ਜਿਹੜਾ ਸੰਤ ਲੋਕਾਂ ਨੇ ਇਹ ਗੱਲ ਕਹੀ ਹੋਈ ਹੈ ਉਪਲਬਧੀ ਬਤਾਓ, ਤਾਂ ਕਿ ਲੋਕਾਂ ਦਾ ਚਿੱਤ 'ਚ ਖੁਸ਼ੀ ਚੜੇ ਤੇ ਭੱਜ ਭੱਜ ਕੇ ਲੋਕ ਬਾਣੀ ਦਾ ਆਦਰ ਕਰਕੇ ਬਾਣੀ ਵੱਲ ਨੂੰ ਜਾਣ ਵੀ ਆਪਣਾ ਸਾਥੀ ਫਲਾਨਾ। ਤਾਂ ਕਿਸ ਭੂਮਿਕਾ ਮੈਂ ਕਿਹਾ ਸਾਧਕ? ਬਾਣੀ ਨੇ ਕਿਹੜੀਆਂ ਭੂਮਿਕਾ ਦੱਸੀਆਂ? ਸ਼ਾਸਤਰ ਬਤਾਉਂਦਾ ਹੈ ਸੁਭ ਇੱਛਾ, ਸੁਭ ਵਿਚਾਰਨਾ, ਤਨੋ ਮਾਨਸਾ, ਸਤਵਾ ਪਤੀ, ਅਸੰਗ ਸ਼ਕਤੀ, ਪਦਾਰਥੀ ਅਭਾਵਨਾ ਤੇ ਤੁਰਿਆ। ਗਿਆਰਾਂ ਪਾਠ ਕਰਦੇ ਤੋਂ ਇਹ ਪਤਾ ਲੱਗਿਆ ਗਿਆਨ ਦੀਆਂ ਕਿੰਨੀਆਂ ਭੂਮਿਕਾ ਹੈ। ਤਾਂ ਇਹ ਭੂਮਿਕਾ ਇਹੋ ਹੀ ਹੈ ਕਿ ਜਿਵੇਂ ਕੋਈ ਤੁਹਾਨੂੰ ਪੁੱਛ ਲੈ ਯਾਰ ਨਿੱਤ ਕੋਠੇ ਤੇ ਚੜ੍ਹਦਾ ਕਾਹਦੇ ਉੱਤਦੀ ਆਉਣਾ, ਤਾਂ ਤੂੰ ਖੁੱਲ ਕੇ ਆਖੇਂਗਾ ਯਾਰ ਪੌੜੀ ਉੱਤਦੀ। ਯਾਰ ਤੇਰੀ ਪੌੜੀ ਦੇ ਡੰਡੇ ਕਿੰਨੇ ਆ? ਤੇ ਇਹ ਤਾਂ ਪਤਾ ਨਹੀਂ। ਤਾਂ ਯਾਰ ਕਮਾਲ ਹੋ ਗਈ, ਜਿਸ ਪੌੜੀ ਦੇ ਉੱਤੋਂ ਦੀ ਚੜ੍ਹ ਕੇ ਛੱਤ ਤੇ ਪ੍ਰਤੀ ਦਿਨ ਸੌਣਾ ਤੇ ਤੂੰ ਪੌੜੀ ਦੇ ਜੇ ਤੀਕ ਡੰਡੇ ਗਿਣੇ ਵਿਚਾਰੇ ਨੇ। ਤਾਂ ਫਿਰ ਗੁਰੂਆਂ ਨੇ ਕੀ ਕਿਹਾ? ਪੌੜੀ। ਉਹਨਾਂ ਨੇ ਕਿਹਾ ਆ ਮਨੁੱਖਾ ਸਰੀਰ ਹੀ ਪੌੜੀ ਹੈ। ਪਹਿਲੀ ਪੌੜੀ ਇਹ ਤੈਨੂੰ ਪੌੜੀ ਮਿਲੀ ਹੈ, ਉਹ ਲੱਕੜ ਦੀ ਪੌੜੀ ਮਿਲੀ ਹੈ। ਕੋਠੇ ਦੀ ਛੱਤ ਤੇ ਚੜ੍ਹਨ ਨੂੰ ਖੁੱਲੀ ਹਵਾ, ਫਿਰ ਕੀ ਹੋਇਆ? ਬਿਜਲੀ ਚੱਲੇ ਬੰਦ ਰਹੇ, ਮੇਰਾ ਮੁੱਕ ਗਿਆ। ਸਾਰੀਆਂ ਚੀਜ਼ਾਂ ਦੇ ਬੰਧਨ ਤੋਂ ਜਿਹੜੀਆਂ ਸੀ ਮੁੱਕ ਗਈਆਂ, ਕੋਠੇ ਤੇ ਮੌਜ ਨਾ ਪਏ। ਤੇ ਜਿਹੜੀ ਗੁਰੂਆਂ ਨੇ ਪੌੜੀ ਆਖੀ ਹੈ ਇਹ ਕਿਤੇ ਤੇ ਚੜ੍ਹਨ ਵਾਸਤੇ ਹੈ। ਮੈਨੂੰ ਇਉਂ ਤਾਂ ਪਤਾ ਨਹੀਂ, ਹੂੰ ਪੜ੍ਹ ਲੈਣਾ ਪੌੜੀ। ਨਹੀਂ ਪੜ੍ਹਨੇ ਨਾਲ ਕੁਛ ਨਹੀਂ। ਪੜ੍ਹਨਾ ਤਾਂ ਤੈਨੂੰ ਤਟਸਥ ਹੋ ਕੇ ਬੋਲਦਾ ਆਪ ਪਾਸੇ ਹੋ ਜਾਂਦਾ। ਜਿੰਨੀ ਗੁਰਬਾਣੀ ਹੈ ਇਹ ਤਟਸਥ ਲੱਛਣ ਹੈ। ਕਿਨਾਰੇ ਤੇ ਖੜੀ ਚਲੋ, ਜਿਵੇਂ ਲੋਕ ਖੜੇ, ਚਲੋ ਬਈ ਚਲੋ ਅੱਗੇ, ਚਲੋ ਅੱਗੇ, ਚਲੋ ਅੱਗੇ। ਉਹ ਆਪ ਨਹੀਂ ਜਾਂਦੇ, ਜਲਣ ਵਾਲਿਆਂ ਨੂੰ ਗਾਂਹ ਤੋਰੀ ਜਾਂਦੇ। ਸਾਧ ਸੰਗਤ ਜੀ ਚਲੋ ਅੱਗੇ। ਉਹ ਤਟਸਥ ਹੋ ਕੇ ਉਸੇ ਕਿਨਾਰੇ ਤੇ ਖੜਾ ਹੈ ਤੇ ਜਾਣ ਵਾਲਿਆਂ ਨੂੰ ਗਾਂਹ ਤੋਰੀ ਜਾਂਦਾ। ਇਹ ਬਾਣੀ ਤਟਸਥ ਹੋ ਕੇ ਉੱਥੇ ਕਿਨਾਰੇ ਤੇ ਖੜੀ ਤੁਹਾਨੂੰ ਕਹਿੰਦੀ ਚਲੋ ਅੱਗੇ, ਚਲੋ ਅੱਗੇ, ਚਲੋ ਅੱਗੇ।
ਜਿਹੜਾ ਬਾਣੀ ਤੋਰਦੀ ਉਧਰ ਨਹੀਂ ਤੁਰਦਾ ਯਾਰ, ਬਾਹਲੀ ਚੰਗੀ ਲੱਗਦੀ ਇਹਦੇ ਮੂਹਰੇ ਖੜਾ। ਅੱਗੇ ਕੀ ਜਾਣਾ, ਇੱਥੇ ਹੀ ਖੜ ਜਾਂਦੇ। ਇੱਥੋਂ ਤਾਂ ਉਹ ਤੋਰਦੀ ਹੈ। ਜਿਹੜਾ ਭਾਈ ਖੜੇ ਸੰਗਤ ਦੇ ਲਈ, ਜੇ ਆਖ ਕੇ ਬੰਦੇ ਦੇ ਯਾਰ ਬੋਲ ਬਹੁਤ ਵਧੀਆ, ਜਦੋਂ ਦਾ ਸਾਧ ਸੰਗਤ ਜੀ ਅੱਗੇ ਚੱਲੋ, ਉਹ ਆਦਾ ਅੱਗੇ ਚਲੋ, ਆਦੇ ਬੋਲ ਮਿੱਠਾ ਲੱਗਦਾ, ਇੱਥੇ ਹੀ ਖੜ ਜਾਓ ਇਹਦੇ ਸਾਹਮਣੇ। ਤਾਂ ਫਿਰ ਤੁਹਾਨੂੰ ਇਹ ਨਾ ਪਤਾ ਲੱਗਿਆ ਵੀ ਗੁਰਬਾਣੀ ਉਹਨਾਂ ਵਾਂਗੂ ਅੱਗੇ ਚੱਲੋ, ਅੱਗੇ ਤੋਰ ਰਹੀ ਹੈ, ਆਪ ਤਟਸਥ ਹੋ ਕੇ ਆਪਣੀ ਮਹਿਮਾ में ਖੜੀ ਹੈ। ਤਾਂ ਕਿੱਥੋਂ ਚੱਲ ਕੇ ਕਿੱਥੇ ਚੱਲੇ ਆ, ਇਹ ਵੇਖਣਾ ਪਊ। ਇਹ ਜਿਹੜਾ ਇੱਕ ਭੁਲੇਖਾ ਪਾਇਆ, ਅੱਜ ਲੋਕ ਪੜ੍ਹ ਲਿਖ ਗਏ ਆ। ਪਹਿਲਾਂ ਲੋਕ ਸੀ ਜਿਹੜੇ ਭਾਵਾਂ ਅਨਪੜ੍ਹ ਸੀ ਕਿ ਅੱਜ ਦੇ ਪੜ੍ਹਿਆਂ ਲਿਖਿਆਂ ਨਾਲੋਂ ਵਿਗਿਆਨ 'ਚ ਜ਼ਿਆਦੇ ਸੀ। ਕਿਉਂ? ਉਹਨੂੰ ਕੋਈ ਚੀਜ਼ ਅਲਝਾਉਣ ਵਾਲੀ ਹੈ ਨਹੀਂ ਸੀ। ਅੱਜ ਮਨੁੱਖ ਉਲਝਿਆ। ਕਈ ਐਸੇ ਵੇਖੇ ਆ ਜਿਹੜੇ 2-4 ਪਾਠ ਹੈ ਨਾ ਮੁੱਖ, ਉਹ ਜਿੱਥੇ ਮਹਾਰਾਜ ਪੜ੍ਹਦੇ ਉੱਥੇ ਮੋਬਾਈਲ ਰੱਖੇ ਆ, ਆਵਾਜ਼ਾਂ ਤੇ ਮੋਬਾਈਲ ਰੱਖੇ ਆ, ਉਹਦੇ ਚੋਂ ਸ਼ਬਦ ਆ ਜਾਂਦਾ ਮੋਬਾਈਲ ਤੇ, ਉਹਨੂੰ ਕੱਢ ਕੇ ਤੇ ਗਾਣਾ ਗਾਈ ਜਾਂਦੇ ਸ਼ਬਦ ਦਾ। ਇਵੇਂ ਕਈਆਂ ਦੇ ਨਵੇਂ ਤੋਂ ਨਵਿਆਂ ਨੇ ਐ ਮੋਬਾਈਲ ਰੱਖੇ ਆ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਇੱਕ ਮੈਂ ਵੇਖਿਆ, ਮੈਂ ਵੀ ਉਹਦੇ ਪਾਠ ਤੇ ਬੈਠਾ ਮੂਹਰੇ ਵੀ ਯਾਰ, ਤਾਂ ਇਹ ਪਤਾ ਲੱਗਿਆ ਕਿ ਵੀ ਮੋਬਾਈਲ ਤੋਂ ਪੜ੍ਹ ਕੇ ਸੁਣਾਈ ਜਾਂਦਾ ਵੀ ਯਾਰ ਇਹਦੇ ਬੜਾ ਕੁਛ। ਹੁਣ ਤਾਂ ਆ ਹੋ ਗਿਆ। ਨਹੀਂ, ਜਿਹੜੀ ਗੁਰਮਰਿਆਦਾ ਅਨੁਸਾਰ ਚੱਲੋਗੇ ਤਾਂ ਬਾਣੀ ਇੱਕ ਬਹੁਤ ਮਹੱਤ ਰੱਖਦੀ ਹੈ। ਇਸੇ ਬਾਣੀ ਤੇ ਕਬੀਰ ਵਰਗਿਆਂ ਨੇ ਆਪਣਾ ਅਨੁਭਵ ਕੀਤਾ ਕਿ ਅਬ ਤੋਂ ਜਾਏ ਚੜੇ ਸਿੰਘਾਸਨ। ਤੁਸੀਂ ਸਿੰਘਾਸਨ ਵੇਖਿਆ? ਜਿਹਨੂੰ ਕਬੀਰ ਕਹਿੰਦੇ ਅਬ ਤੋਂ ਜਾਏ ਚੜੇ ਸਿੰਘ ਆਸਨ, ਮਿਲਬੋ ਸਾਰੰਗ ਪਾਣੀ, ਸ੍ਰੇਸ਼ਟ ਸਭ ਤੋਂ ਚਾਰ ਖਾਣੀ ਦੀ ਚੇਸ਼ਟਾ। ਪਾਣੀ ਮੈਨੇ ਜਿਹਦੇ ਹੱਥ 'ਚ ਹੈ, ਉਹ ਤੁਹਾਨੂੰ ਅਜੇ ਤੱਕ ਅਨੁਭਵ ਹੋਇਆ? ਤਾਂ ਕਬੀਰ ਨੇ ਕਿਹਾ ਕਿ ਦਾਸ ਕਬੀਰਾ ਮਿਲਿਓ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੀ। ਵੀ ਰਾਮ ਕੌਣ ਹੈ ਤੇ ਕਬੀਰ ਕੌਣ ਹੈ? ਕਿਉਂਕਿ ਜਿਹਨੂੰ ਕਬੀਰਾਂ ਨੇ ਇਹ ਹੀ ਰਾਮ ਪਰਮਾਤਮਾ, ਜਿਹੜਾ ਪਰਮਾਤਮਾ ਇਹ ਹੀ ਕਬੀਰ ਹੈ। ਤਾਂ ਆਪ ਨੂੰ ਬਾਣੀ ਪੜ੍ਹਦਿਆਂ ਇਹ ਅਨੁਭਵ ਹੋ ਗਿਆ ਕਿ ਨਹੀਂ ਕਿ ਜਿਹਨੂੰ ਪਰਮਾਤਮਾ ਪਰਮਾਤਮਾ ਕਹਿੰਦੇ ਇਹ ਹੀ ਮੈਂ ਹਾਂ, ਮੈਥੋਂ ਨਿਆਰਾ ਨਹੀਂ, ਮੈਂ ਉਸ ਤੋਂ ਨਿਆਰਾ ਨਹੀਂ। ਤਾਂ ਪਾਣੀ ਤੋਂ ਪਾਣੀ ਦੋ ਹੁੰਦੇ ਆ। ਜੇ ਪਾਣੀ ਗੜਵੀ 'ਚ ਪਾ ਕੇ ਰੱਖ ਦਈਏ ਤਾਂ ਜਿਸ ਤਲਾਅ 'ਚੋਂ ਲਿਆਂਦਾ ਪਾਣੀ ਗੜਵੀ 'ਚ ਪਾਉਣੇ ਸੀ ਉਹ ਕੁਛ ਹੋਰ ਹੋ ਗਿਆ। ਉਹ ਪਾਣੀ ਰਹਿੰਦਾ ਕਾਸੇ 'ਚ ਪਾ ਦਿਓ, ਪਾਣੀ ਪਾਣੀ ਹੀ ਹੈ। ਆਤਮਾ ਆਤਮਾ ਹੀ ਰਹੇਗਾ, ਔਰ ਜਿਹੜੇ ਭੂਤ ਆਏ ਭੂਤ ਹੀ ਰਹਿਣਗੇ।